ਪ੍ਰੇਤ ਜੂਨੀ ਤੋਂ ਛੁਟਕਾਰਾ। ਬੀਬੀ ਦੀ ਪੰਡੋਰੀ ਦੇ ਪ੍ਰੇਮੀ ਸਰਦਾਰ ਦਲੀਪ ਸਿੰਘ ਅਤੇ ਇਸ ਦਾ ਛੋਟਾ ਭਰਾ ਗੁਰਦਿਆਲ ਸਿੰਘ ਜਗੀਰਦਾਰ ਸੰਤ ਜੀ ਮਹਾਰਾਜ ਦੇ ਪੂਰਨ ਸ਼ਰਧਾਲੂ ਤੇ ਪਰਮ ਪ੍ਰੀਤਵਾਨ ਸਨ। ਇਹਨਾਂ ਨੇ ਬੇਨਤੀ ਕੀਤੀ ਕਿ ਤੁਹਾਡੀ ਬਖਸ਼ਿਸ਼ ਦੁਆਰਾ ਸਾਡੇ ਪਾਸ ਸੁੰਦਰ ਅਰਬੀ ਘੋੜਾ ਹੈ, ਸਾਨੂੰ ਕਦੀ ਸੇਵਾ ਦਾ ਮੌਕਾ ਬਖਸ਼ੋ, ਕਦੇ ਦੂਰ ਨੇੜੇ ਜਾਣ ਦਾ ਮੌਕਾ ਬਣੇ ਘੋੜਾ ਮੰਗਵਾ ਲੈਣਾ। ਸੰਤਾਂ ਨੇ ਇਹਨਾਂ ਦੀ ਬੇਨਤੀ ਪ੍ਰਵਾਨ ਕਰ ਲਈ। ਇੱਕ ਦਿਨ ਕਿਸੇ ਰੂਹ ਦਾ ਭਲਾ ਕਰਨ ਲਈ ਰਾਤ ਦੇ 8 ਵਜੇ ਹਰਖੋਵਾਲ ਪਿੰਡ ਦਾ ਭਾਈ ਰਤਨ ਸਿੰਘ, ਜੋ ਆਪਣੇ ਖਲਵਾੜਿਆਂ ਦੀ ਰਾਖੀ ਕਰਨ ਵਾਸਤੇ ਇੱਥੇ ਖੇਤ ਵਿੱਚ ਸੌਂਦਾ ਹੁੰਦਾ ਸੀ, ਸੰਤਾਂ ਦੇ ਦਰਸ਼ਨ ਨੂੰ ਆਇਆ। ਇਸ ਦੇ ਖੇਤ ਡੇਰੇ ਦੇ ਨੇੜੇ ਹੀ ਸੀ। ਉਸ ਨੂੰ ਆਖ ਕੇ ਮਹਾਰਾਜ ਨੇ ਘੋੜਾ ਮੰਗਵਾ ਲਿਆ। ਨਾਲ ਹੀ ਕਿਹਾ ਕਿ ਆਉਣ ਲੱਗਿਆਂ ਆਪਣੇ ਪਿੰਡੋਂ ਸਰਦਾਰ ਵਰਿਆਮ ਸਿੰਘ ਨੂੰ ਵੀ ਨਾਲ ਬੁਲਾ ਲਿਆਈ। ਇਹ ਦੋਵੇਂ ਪ੍ਰੇਮੀ ਤੇ ਘੋੜਾ ਸੰਤ ਜੀ ਮਹਾਰਾਜ ਪਾਸ ਪੁੱਜੇ। ਵਰਿਆਮ ਸਿੰਘ ਦੇ ਕੋਲ ਵੱਡੀ ਸਰੀਸਾ ਫੜੀ ਹੋਈ ਸੀ। ਰਤਨ ਸਿੰਘ ਨੇ ਕਿਹਾ, ਮਹਾਰਾਜ ਮੈਂ ਆਪਣੇ ਖੇਤ ਦੀ ਰਾਖੀ ਕਰਨ ਜਾਂਦਾ ਹਾਂ, ਆਗਿਆ ਦਿਓ। ਸੰਤ ਮਹਾਰਾਜ ਕਹਿਣ ਲੱਗੇ, ਅਸੀਂ ਖੇਤ ਦੇ ਰਾਖੇ ਭੇਜ ਦਿੱਤੇ ਹਨ, ਹੁਣ ਤੂੰ ਸਾਡੇ ਨਾਲ ਹੀ ਚੱਲ। ਹਜ਼ੂਰ ਨੇ ਅਰਦਾਸ ਕੀਤੀ। ਦੋਵੇਂ ਸਾਥੀਆਂ ਸਮੇਤ ਘੋੜੇ ਤੇ ਸਵਾਰ ਹੋ ਕੇ ਚਾਲੇ ਪਾਏ। ਭਾਈ ਵਰਿਆਮ ਸਿੰਘ ਘੋੜੇ ਦੇ ਅੱਗੇ ਅਤੇ ਰਤਨ ਸਿੰਘ ਪਿੱਛੇ ਜਾ ਰਿਹਾ ਸੀ। ਚੰਦ ਦੀ ਚਾਂਦਨੀ ਰਾਤ ਸੀ। ਰੁਕਮਾਨ ਪੰਡੋਰੀ ਦੇ ਕੋਲ ਪੁੱਜ ਗਏ। ਇਹ ਪਿੰਡ ਸੰਤਗੜ੍ਹ ਤੋਂ 5 ਮੀਲ ਦੀ ਦੂਰੀ ਤੇ ਹੈ। ਇੱਥੇ ਤਿਆਗੀ ਵੈਰਾਗੀ ਨਿਵਾਰਨ ਦਾਸ ਨਾਮ ਦਾ ਸਾਧੂ ਆਪਣੀ ਕੁਟੀਆ ਵਿੱਚ ਰਹਿੰਦਾ ਹੈ। ਰਾਤ ਦੇ 11 ਵਜੇ ਆਪ ਉਸ ਦੀ ਕੁਟੀਆ ਵਿੱਚ ਪੁੱਜੇ। ਦੋਵੇਂ ਮਹਾਂਪੁਰਸ਼ਾਂ ਨੇ ਪਰਸ ਇੱਕ ਦੂਜੇ ਨੂੰ ਨਮਸਕਾਰ ਕੀਤੀ। ਅੱਧਾ ਘੰਟਾ ਬਚਨ ਵਿਲਾਸ ਕਰਦੇ ਰਹੇ। ਫਿਰ ਨਸਰਾਲੇ ਦੇ ਸੰਘਣੇ ਜੰਗਲ ਵਿੱਚ ਆ ਗਏ। ਅਚਾਨਕ ਕੁਝ ਰੋੜੇ ਕੰਕਰੀਆਂ ਦੇ ਡਿੱਗਣ ਤੇ ਦੋਵੇਂ ਸਾਥੀ ਭੈਭੀਤ ਹੋ ਕੇ ਬੇਨਤੀ ਕਰਨ ਲੱਗੇ, ਮਹਾਰਾਜ ਰੋੜ ਕੰਕਰੀਆਂ ਡਿੱਗਣ ਦੀ ਆਵਾਜ਼ ਆ ਰਹੀ ਹੈ। ਸੰਤ ਜੀ ਬੋਲੇ, ਡਰੋ ਨਾ, ਸਿਮਰਨ ਕਰਦੇ ਰਹੋ। ਫਿਰ ਜ਼ੋਰ ਨਾਲ ਰੋੜੇ ਕੰਕਰੀਆਂ ਡਿੱਗਣ ਲੱਗ ਪਈਆਂ। ਜਦੋਂ ਬਾਬਾ ਜੀ ਸਮੇਤ ਇਹ ਤਿੰਨੇ ਅਡੋਲ ਰਹੇ ਤਾਂ ਫਿਰ ਭਿਆਨਕ ਸ਼ਕਲ ਇਹਨਾਂ ਤਿੰਨਾਂ ਉੱਪਰ ਦੀ ਛਾਲ ਮਾਰ ਕੇ ਘੋੜੇ ਤੋਂ ਅੱਗੇ ਜਾ ਡਿੱਗੀ। ਸੰਤ ਜੀ ਮਹਾਰਾਜ ਅਡੋਲ ਰਹੇ। ਘੋੜਾ ਕੋਲੋਂ ਦੀ ਅੱਗੇ ਲੰਘਾ ਲਿਆ। ਜਦੋਂ ਘੋੜਾ ਪਾਸ ਗਿਆ ਤਾਂ ਉਸ ਰੂਹ ਨੇ ਹੱਥ ਜੋੜ ਕੇ ਨਮਸਕਾਰ ਕੀਤੀ। ਹਜ਼ੂਰ ਨੇ ਪੁੱਛਿਆ, ਤੂੰ ਕੌਣ ਹੈ? ਉਸ ਨੇ ਕਿਹਾ, ਮੈਂ ਪ੍ਰੀਤ ਜੂਨ ਵਿੱਚ ਪਿਆ ਦੁੱਖ ਭੋਗ ਰਿਹਾ ਹਾਂ, ਕੀ ਪਾਪ ਕਰਮ ਕੀਤਾ ਹੈ? ਉਸ ਨੇ ਅੱਗੋਂ ਕਿਹਾ, ਮੈਂ ਆਪਣੇ ਗੁਰੂ ਦੇ ਨਾਲ ਝਗੜਦਾ ਰਿਹਾ ਹਾਂ, ਉਹਨਾਂ ਦਾ ਬਚਨ ਨਹੀਂ ਮੰਨਿਆ, ਬਰਾਬਰ ਮੋੜਦਾ ਰਿਹਾ। ਉਹਨਾਂ ਨੇ ਸ਼ਰਾਪ ਦੇ ਦਿੱਤਾ, ਕਿਉਂ ਪ੍ਰੇਤਾਂ ਵਾਂਗ ਸਾਡੇ ਨਾਲ ਝਗੜਦਾ ਹੈ, ਜਾਂ ਪ੍ਰੇਤ ਬਣ ਜਾ। ਆਪ ਜੀ ਕਿਰਪਾ ਕਰਕੇ ਪ੍ਰੇਤ ਜੂਨੀ ਤੋਂ ਛਡਾਓ। ਸੰਤ ਜੀ ਨੂੰ ਰਹਿਮ ਆ ਗਿਆ। ਉਸ ਸਮੇਂ ਚੌਂਕੜਾ ਮਾਰ ਕੇ ਬੈਠ ਗਏ। ਪਾਸ ਪਾਣੀ ਦਾ ਗੜਵਾ ਰੱਖ ਕੇ ਉਸ ਪ੍ਰੇਤ ਦੀ ਰੂਹ ਨੂੰ ਸਾਹਮਣੇ ਬਿਠਾ ਕੇ ਸੁਖਮਨੀ ਸਾਹਿਬ ਦਾ ਪਾਠ ਕੀਤਾ। ਜਦੋਂ ਉਸ ਅੰਮ੍ਰਿਤ ਜਲ ਦਾ ਪ੍ਰੇਤ ਨੂੰ ਛਿੱਟਾ ਦਿੱਤਾ, ਉਸ ਸਮੇਂ ਉਸ ਦੀ ਦੇਹ ਪਲਟ ਗਈ। ਪ੍ਰਕਾਸ਼ ਸਰੂਪ ਦੇਵਤਾ ਬਣ ਕੇ ਆਕਾਸ਼ ਮੰਡਲ ਨੂੰ ਚਲਾ ਗਿਆ। ਧੰਨ ਹਨ ਸੰਤ ਜੀ ਮਹਾਰਾਜ। ਬ੍ਰਹਮ ਗਿਆਨੀ ਸੰਤ ਮਹਾਰਾਜ ਸ੍ਰੀਮਾਨ ਸੰਤ ਬਾਬਾ ਆਇਆ ਸਿੰਘ ਜੀ ਦਾ ਸੱਚਖੰਡ ਪਿਆਨਾ ਕਰਨਾ। ਸੂਰਜ ਕਿਰਨ ਮਿਲੇ ਜਲ ਕਾ ਜਲ ਹੁਆ ਰਾਮ, ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ। ਹਰ ਕੇ ਸੇਵਕ ਜੋ ਹਰ ਭਾਏ, ਤਿਨ ਕੀ ਕਥਾ ਨਰਾਰੀ ਰੇ। ਆਵੇ ਨਾ ਜਾਹੇ ਨਾ ਕਬਹੂ ਮਰਤੇ, ਪਾਰ ਬ੍ਰਹਮ ਸੰਗਾਰੀ ਰੇ। ਆਮ ਦੁਨੀਆ ਤੇ ਕਾਲ ਹਾਵੀ ਹੈ, ਮਹਾਂਪੁਰਸ਼ਾਂ ਤੇ ਕਾਲ ਹਾਵੀ ਨਹੀਂ। ਉਹ ਖੁਸ਼ੀ ਅਨੁਸਾਰ ਸੰਸਾਰ ਉੱਤੇ ਆਉਂਦੇ ਹਨ, ਆਪਣੀ ਖੁਸ਼ੀ ਅਨੁਸਾਰ ਆਪਣੇ ਨਿੱਜੀ ਦੇਸ਼ ਨੂੰ ਆਪ ਚਲੇ ਜਾਂਦੇ ਹਨ। ਇਸੇ ਤਰ੍ਹਾਂ 15 ਸਾਲ 8 ਮਹੀਨੇ ਸੰਤ ਭਗਤ ਦੇ ਸਿੰਘਾਸਨ ਤੇ ਸੋਭਨੀਕ ਹੋ ਕੇ ਸੰਤ ਬਾਬਾ ਆਇਆ ਸਿੰਘ ਜੀ 28 ਅੱਸੂ 1918 ਈਸਵੀ ਵਿੱਚ ਅੰਮ੍ਰਿਤ ਵੇਲੇ ਕਬੀਰ ਜਿਸ ਮਰਨੇ ਤੇ ਜਗ ਡਰੇ ਮੇਰੇ ਮਨ ਆਨੰਦ, ਸਰੀਰ ਪਿੰਜਰ ਚੋਂ ਬਾਹਰ ਨਿਕਲ ਕੇ ਆਪਣੇ ਨਿੱਜੀ ਦੇਸ਼ ਸੱਚਖੰਡ ਨੂੰ ਚਲੇ ਗਏ। ਉਹਨਾਂ ਦਾ ਸਰੀਰ ਵੀ ਸੰਗਤਾਂ ਨੇ ਬਕਸੇ ਵਿੱਚ ਬੰਦ ਕਰਕੇ, ਜਿੱਥੇ ਸੈਦੂ ਸਾਹਿਬ ਬਾਬਾ ਕਰਮ ਸਿੰਘ ਜੀ ਮਹਾਰਾਜ ਦਾ ਸਰੀਰ ਅਟਕ ਦਰਿਆ ਵਿੱਚ ਜਲ ਪ੍ਰਵਾਹ ਕੀਤਾ ਸੀ, ਉਸੇ ਜਗ੍ਹਾ ਬਾਬਾ ਆਇਆ ਸਿੰਘ ਜੀ ਦਾ ਸਰੀਰ ਵੀ ਜਲ ਪ੍ਰਵਾਹ ਕੀਤਾ। ਇੱਥੇ ਇਹ ਪ੍ਰਸੰਗ ਤਾਂ ਸੰਖੇਪ ਨਾਲ ਲਿਖਿਆ ਹੈ, ਕਿਉਂਕਿ ਸਾਰਾ ਪ੍ਰਸੰਗ ਵਿਸਥਾਰ ਨਾਲ ਬਾਬਾ ਕਰਮ ਸਿੰਘ ਜੀ ਮਹਾਰਾਜ
ਤੇ ਬਾਬਾ ਆਇਆ ਸਿੰਘ ਜੀ ਮਹਾਰਾਜ ਦੇ ਜੀਵਨ ਪੱਛਮੀ ਪ੍ਰਕਾਸ਼ ਅਰਥਾਤ ਹੋਤੀ ਮਰਦਾਰ ਦੇ ਨੂਰ ਵਿੱਚ ਜੋ ਗਿਆਨੀ ਮੋਹਨ ਸਿੰਘ ਜੀ ਆਜ਼ਾਦ ਰਾੜਾ ਸਾਹਿਬ ਵਾਲੇ ਨੇ ਲਿਖਿਆ ਹੈ, ਵਿਸਥਾਰ ਸਹਿਤ ਅੰਕਿਤ ਹੈ। ਉੱਥੇ ਦੇਖੋ ਜੋ ਬਾਬਾ ਜਵਾਲਾ ਸਿੰਘ ਜੀ ਨੂੰ ਅੰਤਮ ਆਤਮੇ ਆਪਣੇ ਗੁਰਦੇਵ ਦੇ ਸਰੀਰਕ ਵਿਛੋੜੇ ਦਾ ਅਨੁਭਵ ਹੋਇਆ। ਭਾਵੇਂ ਅੰਤਰ ਆਤਮੇ ਦਾ ਅੰਦਰੋਂ ਮਿਲੇ ਸਨ, ਫੇਰ ਵੀ ਕੁਟੀਆ ਦਾ ਦਰਵਾਜ਼ਾ ਬੰਦ ਕਰਕੇ 3 ਦਿਨ ਅੰਦਰ ਹੀ ਬੈਠੇ ਰਹੇ, ਨਾ ਕੁਝ ਖਾਧਾ ਨਾ ਬਾਹਰ ਆਏ। ਜਦੋਂ ਸੰਗਤਾਂ ਦਰਸ਼ਨ ਨੂੰ ਆਈਆਂ, ਸੰਗਤਾਂ ਨੇ ਦਰਵਾਜ਼ਾ ਬੰਦ ਦੇਖਿਆ, ਬੇਨਤੀਆਂ ਕਰਕੇ ਮਸਾਂ ਚੌਥੇ ਦਿਨ ਦਰਵਾਜ਼ਾ ਖੁਲਵਾਇਆ। ਸਰੀਰ ਕਮਜ਼ੋਰ ਤੇ ਚਿਹਰਾ ਪੀਲਾ ਪੈ ਗਿਆ ਸੀ। ਬਾਹਰ ਆ ਕੇ ਸਾਰੀ ਵਾਰਤਾ ਦੱਸੀ ਤੇ ਆਪਣੇ ਪਿਆਰੇ ਦੀ ਯਾਦ ਵਿੱਚ ਅਖੰਡ ਪਾਠ ਕਰਵਾਇਆ। ਆਪ ਜੀ ਸਮਾਧੀ ਸਥਿਤ ਹੋ ਕੇ ਚੌਂਕੜਾ ਮਾਰ ਕੇ ਇੱਕ ਪਾਸੇ ਬੈਠ ਕੇ ਪਾਠ ਸੁਣਦੇ ਰਹੇ। ਭੋਗ ਸਮੇਂ ਬਹੁਤ ਇਕੱਠ ਹੋਇਆ। ਉਪਰੰਤ ਪੱਕਾ ਭੰਡਾਰਾ ਕੀਤਾ। ਸਾਰੀ ਸੰਗਤ ਨੂੰ ਮਹਾਰਾਜ ਨੇ ਗੁਰਮਤਿ ਦਾ ਉਪਦੇਸ਼ ਕਰਵਾਇਆ। ਸੰਤ ਮਹਾਰਾਜ ਜੀ ਦਾ ਨਿਤਨੇਮ। ਸੰਤ ਮਹਾਰਾਜ ਦੀ ਤਿਤਿਕਸ਼ਾ ਬਿਰਤੀ ਕਠਨ ਸੀ। ਜਦੋਂ ਤੋਂ ਸੰਤ ਮਹਾਰਾਜ ਜੀ ਹੋਤੀ ਮਰਦਾਨ ਤੋਂ ਪੰਜਾਬ ਆਏ ਸਨ, ਉਦੋਂ ਤੋਂ ਐਸੀ ਬਿਰਤੀ ਧਾਰਨ ਕੀਤੀ ਕਿ ਆਪਣੇ ਗੁਰਦੇਵ ਦੇ ਇੱਕ ਇੱਕ ਬਚਨ ਤੇ ਪਹਿਰਾ ਦਿੱਤਾ। ਜਿਵੇਂ ਕਿਸੇ ਤੋਂ ਕੋਈ ਚੀਜ਼ ਵਾਸਤੇ ਮੰਗ ਨਹੀਂ ਕਰਨੀ। ਹੋਤੀ ਮਰਦਾਰ ਤੋਂ ਆਉਣ ਸਮੇਂ ਹਜ਼ੂਰ ਦੀ ਕਿਰਿਆ ਇਸ ਪ੍ਰਕਾਰ ਸੀ। ਸੀਸ ਤੇ ਛੋਟਾ ਦਸਤਾਰਾ, ਗਾਲ ਵਿੱਚ ਇੱਕ ਕੁੜਤਾ, ਤੇੜ ਕਸ਼ਹਿਰਾ ਤੇ ਇੱਕ ਹੋਰ ਵਾਧੂ ਕਸ਼ਹਿਰਾ ਕੋਲ ਵੀ ਨਹੀਂ ਸੀ ਰੱਖਦੇ। ਸਰੀਰ ਉੱਪਰ ਇੱਕ ਕਾਲੇ ਰੰਗ ਦਾ 3 ਗਜ ਲੰਮਾ ਚਾਦਰਾ, ਇੱਕ ਗੜਵਾ ਅਤੇ ਚਰਨਾਂ ਵਿੱਚ ਪਹਿਲਾਂ ਜੋੜਾ ਸੀ, ਫਿਰ ਟੁੱਟ ਜਾਣ ਤੇ ਸਦਾ ਨੰਗੇ ਚਰਨੀ ਰਹੇ। ਉਸ ਸਮੇਂ ਮਹਾਰਾਜ ਦਾ ਸਿਮਰਨ ਬਾਣੀ ਦਾ ਨਿਯਮ ਇਸ ਤਰ੍ਹਾਂ ਸੀ। 5 ਬਾਣੀਆਂ ਦੇ ਪਾਠ, ਇਸ ਤੋਂ ਇਲਾਵਾ 25 ਪਾਠ ਜਪਜੀ ਸਾਹਿਬ ਦੇ, 15 ਪਾਠ ਸੁਖਮਨੀ ਸਾਹਿਬ ਦੇ ਕਰਿਆ ਕਰਦੇ ਸਨ। ਚਾਹੇ ਪੋਹ ਦਾ ਕੱਕਰ ਪੈਂਦਾ ਹੋਵੇ, ਚਾਹੇ ਹਾੜ ਦੀਆਂ ਅੱਗ ਵਾਂਗ ਤਪਦੀਆਂ ਲੋਆਂ ਪੈਂਦੀਆਂ ਹੋਣ, ਆਪਣਾ ਨਿਯਮ ਨਿਤਨੇਮ ਦਾ ਪੂਰੇ ਦਾ ਪੂਰਾ ਹੀ ਕਰਦੇ। ਇਸ ਤਰ੍ਹਾਂ ਬਾਣੀ ਦੇ ਅਭਿਆਸ ਵਿੱਚ ਸਦਾ ਪਰਪੱਕ ਰਹਿੰਦੇ। ਇਹ 15 ਪਾਠ ਸੁਖਮਨੀ ਸਾਹਿਬ, 5 ਵਾਰ 5 ਬਾਣੀਆਂ ਦੇ ਪਾਠ ਤੇ 25 ਸ੍ਰੀ ਜਪਜੀ ਸਾਹਿਬ, ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 325 ਪੱਤਰੇ ਪੱਕੇ ਬਣ ਜਾਂਦੇ, ਭਾਵ ਕਿ 1650 ਅੰਗ ਬਣਦੇ ਹਨ। ਅੱਧਾ ਮਹਾਰਾਜ ਦਾ ਸਰੂਪ ਬਣ ਜਾਂਦਾ ਹੈ। ਇੱਕ ਵਾਰ ਇਸ ਪੁਸਤਕ ਦੇ ਲਿਖਾਰੀ ਗਿਆਨੀ ਜੋਧ ਸਿੰਘ ਨੇ ਪੁੱਛਿਆ ਕਿ ਮਹਾਰਾਜ ਜੀ ਇਤਨਾ ਨਿਤਨੇਮ ਕਰਕੇ ਆਪ ਕਿਸ ਟਾਈਮ ਨਿੰਦਰਾ ਪੂਰੀ ਕਰਦੇ ਹੋ? ਤਾਂ ਹਜ਼ੂਰ ਨੇ ਉੱਤਰ ਦਿੱਤਾ ਕਿ ਗੁਰਮੁਖਾ, ਅਸੀਂ ਆਪਣੇ ਇਸੇ ਰੰਗ ਵਿੱਚ ਬਾਣੀ ਪੜ੍ਹਦੇ ਤੁਰੇ ਰਹਿਣਾ। ਜਿੱਥੇ ਨੀਂਦ ਆ ਜਾਂਦੀ ਉੱਥੇ ਹੀ ਨਿੰਦਰਾ ਪੂਰੀ ਕਰ ਲੈਂਦੇ। ਜਿਸ ਵੇਲੇ ਅੱਖ ਖੁੱਲ੍ਹਣੀ ਉਦੋਂ ਹੀ ਅੱਗੇ ਤੁਰੇ ਰਹਿਣਾ ਤੇ ਨਿਯਮ ਅਨੁਸਾਰ ਹੀ ਕਿਤੇ ਠਹਿਰਨਾ। 1 ਜਾਂ 2 ਸਾਲ ਨਹੀਂ, ਇਹ ਨਿਯਮ 1932 ਤੋਂ 33 ਈਸਵੀ ਤੱਕ ਚਾਲੂ ਰਿਹਾ। ਜਦੋਂ ਤੋਂ ਹੋਤੀ ਮਰਦਾਨ ਤੋਂ ਆਏ ਸਨ, ਜਦ ਤੋਂ ਡੇਰਾ ਸੰਤਗੜ੍ਹ ਬਣਿਆ, ਉਦੋਂ ਵੀ ਇਹ ਨਿਯਮ ਆਪਣੇ ਢੰਗ ਨਾਲ ਚੱਲਦਾ ਰਿਹਾ। ਮਹਾਰਾਜ ਜੀ ਤਪੋਬਣ ਦੇ ਪਟਰਾਣੇ, ਤਿਗਾਨਗੜ੍ਹ ਪਿੰਡ, ਫਲਾਹੀ ਆਦਿਕ ਪਿੰਡਾਂ ਦੀ ਵੀਰਾਨ ਪਈ ਧਰਤੀ ਜੋ ਚੋ ਦੇ ਕਿਨਾਰੇ ਕਿਨਾਰੇ ਇਰਦ ਗਿਰਦ ਹੈ, ਇੱਥੇ ਟਹਿਲਦੇ ਰਹਿੰਦੇ। ਤਿਗਾਨਗੜ੍ਹ ਦੇ ਫਲਾਹੀ ਤੇ ਵਿਚਾਲੇ ਕਰੀਬ ਅੱਧਾ ਮੀਲ ਕੱਕੇ ਰੇਤੇ ਵਾਲੀ ਭੋਏ ਹੈ, ਜੋ ਚੰਦ ਦੀ ਚਾਂਦਨੀ ਰਾਤ ਨੂੰ ਦੁਪਹਿਰ ਦੇ ਸੂਰਜ ਸਮੇਂ ਬਹੁਤ ਚਿੱਟੀ ਚਾਂਦੀ ਵਰਗੀ ਰੇਤ ਬਹੁਤ ਲਿਸ਼ਕਾ ਮਾਰਦੀ। ਇਸ ਉੱਪਰ ਮਹਾਰਾਜ ਰਾਤ ਸਮੇਂ ਬੈਠ ਕੇ ਭਜਨ ਸਿਮਰਨ ਵਿੱਚ ਲਿਵਲੀਨ ਹੋ ਜਾਂਦੇ। ਇਸ ਕੱਕੇ ਰੇਤੇ ਵਾਲੀ ਭੋਏ ਦਾ ਨਾਮ ਸਿੰਘਾਂ ਨੇ, ਸਿੱਖ ਸੰਗਤਾਂ ਨੇ ਸੰਤਾਂ ਦਾ ਚਾਂਦਨੀ ਚੌਕ ਰੱਖਿਆ ਸੀ। ਮਹਾਰਾਜ ਦਾ ਆਪਣੇ ਆਪ ਨੂੰ ਪਰਖਣਾ। ਇਸੇ ਤਰ੍ਹਾਂ ਜਦ ਦੁਪਹਿਰ ਨੂੰ ਮਹਾਰਾਜ ਜੀ ਸੜਦੇ ਬਲਦੇ ਰੇਤੇ ਉੱਪਰ ਬੈਠ ਕੇ ਭਜਨ ਸਿਮਰਨ ਤੋਂ ਬਾਅਦ ਕੁਟੀਆ ਆ ਕੇ ਸੋਚਣ ਲੱਗੇ ਕਿ ਜਦ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਤਤੀਆਂ ਲੋਹਾਂ ਤੇ ਬੈਠੇ ਤੇ ਭਾਈ ਮਨੀ ਸਿੰਘ ਜੀ ਦਾ ਬੰਦ-ਬੰਦ ਕੱਟਣਾ ਤੇ ਭਾਈ ਦਿਆਲਾ ਸਿੰਘ ਦਾ ਉਬਲਦੀ ਦੇਗ ਵਿੱਚ ਆਲੂ ਵਾਂਗ ਸਰੀਰ ਨੂੰ ਉਬਾਲਣਾ, ਕੀ ਇਹ ਸਾਰੇ ਮਹਾਂਪੁਰਖ ਸਰੀਰਕ ਦੁੱਖ ਨੂੰ ਅਨੁਭਵ ਕਰਦੇ ਸਨ ਜਾਂ ਨਹੀਂ? ਤੇ ਕੀ ਅਸੀਂ ਵੀ ਇਤਨਾ ਭਾਰੀ ਦੁੱਖ ਮਹਿਸੂਸ ਕਰਾਂਗੇ ਜਾਂ ਨਹੀਂ? ਸੋ ਆਪਣੀ ਪਰਖ ਕਰਨ ਦਾ ਫੈਸਲਾ ਕਰ ਲਿਆ।
ਇਹ ਬਾਲਦੇ ਹੋਏ ਵੱਡੇ ਚੋ ਵਿੱਚੋਂ ਇੱਕ ਮੋਟਾ ਜਿਹਾ ਅੰਗਿਆਰਾ ਚੁੱਕ ਕੇ ਆਪਣੀ ਛਾਤੀ ਤੇ ਰੱਖ ਕੇ ਆਪ ਪੈ ਗਏ ਤੇ ਉਸੇ ਵਕਤ ਤੁਰੀਆ ਪਾਦ ਵਿੱਚ ਲਿਵਲੀਨ ਹੋ ਗਏ। ਆਤਮਾ ਆਪਣੇ ਨਿਜ ਸਰੂਪ ਵਿੱਚ ਜੁੜ ਗਈ। ਸੰਤਾਂ ਦੀ ਛਾਤੀ ਦਾ ਮਾਸ ਸੜਨ ਦੀ ਵਾਸਨਾ ਜਦ ਸਿੰਘਾਂ ਸੇਵਾਦਾਰਾਂ ਨੂੰ ਆਈ ਤਾਂ ਇੱਕਦਮ ਦੌੜ ਕੇ ਸੰਤਾਂ ਵੱਲ ਆਏ ਅਤੇ ਸਿੰਘਾਂ ਨੇ ਤੱਕਿਆ ਕਿ ਛਾਤੀ ਸੜ ਰਹੀ ਹੈ ਤੇ ਵਿੱਚੋਂ ਧੂੰਆਂ ਵੀ ਨਿਕਲ ਰਿਹਾ ਹੈ, ਪਰ ਆਪ ਬਦੇਹੀ ਜਨਕ ਰਾਜੇ ਵਾਂਗ ਅਚਲ ਅਟਲ ਤੇ ਨਿਰਹਲ ਹਨ। ਸਿੰਘਾਂ ਨੇ ਬੜੀ ਛੇਤੀ ਉਦਮ ਕੀਤਾ, ਚਿਮਟੇ ਨਾਲ ਸੰਤਾਂ ਦੀ ਛਾਤੀ ਤੋਂ ਮਗ ਦਾ ਕੋਲਾ ਕੱਢਿਆ ਅਤੇ ਬੇਨਤੀ ਕਰਕੇ ਸੰਤਾਂ ਤੋਂ ਪੁੱਛਿਆ ਕਿ ਦੀਨ ਦਿਆਲ, ਇਹ ਕੀ ਕੌਤਕ ਕੀਤਾ ਆਪਨੇ? ਸੰਤਾਂ ਨੇ ਹੱਸ ਕੇ ਉੱਤਰ ਦਿੱਤਾ ਕਿ ਅਸੀਂ ਤਾਂ ਆਪਣੇ ਆਪ ਦੀ ਪਰਖ ਕਰ ਰਹੇ ਸਾਂ ਕਿ ਇਹ ਸਰੀਰ ਦੁੱਖ ਸੁੱਖ ਨੂੰ ਮਹਿਸੂਸ ਕਰਦਾ ਹੈ ਕਿ ਨਹੀਂ। ਹੁਣ ਸਾਨੂੰ ਸਤਿਗੁਰਾਂ ਦੀ ਕਿਰਪਾ ਨਾਲ ਇਹ ਨਿਸ਼ਚਾ ਹੋ ਗਿਆ ਹੈ ਕਿ ਸਰੀਰ ਨੂੰ ਭਾਵੇਂ ਤੂੰਬਾ ਕਰਕੇ ਅੱਗ ਵਿੱਚ ਸਾੜ ਦਿੱਤਾ ਜਾਵੇ ਤਾਂ ਇਸ ਆਤਮਾ ਨੂੰ ਕੋਈ ਦੁੱਖ ਮਹਿਸੂਸ ਨਹੀਂ ਹੋਵੇਗਾ। ਇਹ ਆਤਮਾ ਤਾਂ ਨਿੱਜੀ ਸਰੂਪ ਵਿੱਚ ਨਿਸੰਗ, ਅਲੇਪ, ਨਿਰਵਾਣ ਤੇ ਨਿਰਬੰਧ ਹੈ। ਇਹ ਆਤਮਾ ਇਸੇ ਹੀ ਨਿਸ਼ਚੇ ਵਿੱਚ ਟਿਕਿਆ ਰਹੇਗਾ। ਮਹਾਂਪੁਰਖਾਂ ਦੀ ਸੂਖ ਮੁਹੰਮੇ ਤੋਂ ਨਿਰਲੇਪ ਬਿਰਤੀ। ਇੱਕ ਸਮੇਂ ਭਗਤ ਰਵਿਦਾਸ ਦੇ ਸੇਵਕ ਦੇ ਲੜਕੇ ਦਾ ਵਿਆਹ ਆ ਗਿਆ। ਉਹ ਭਗਤ ਜੀ ਦੇ ਪਾਸ ਆ ਕੇ ਬੇਨਤੀ ਕਰਨ ਲੱਗਾ, ਮਹਾਰਾਜ, ਤੁਹਾਡੇ ਸੇਵਕ ਮੇਰੇ ਕਾਕੇ ਦਾ ਵਿਆਹ ਹੈ, ਆਪ ਵੀ ਜਾਂਜੇ ਚੱਲੋ ਤਾਂ ਕਿ ਤੁਹਾਡੇ ਚਰਨ ਪੈਣ ਕਰਕੇ ਕਾਰਜ ਸਫਲਾ ਹੋਵੇ, ਸਾਰੇ ਵਿਘਨ ਦੂਰ ਹੋਣ। ਅਤੇ ਨਵੀਂ ਪੁਸ਼ਾਕ ਲੈ ਕੇ ਆਂਦੀ। ਅਸਵਾਰੀ ਵਾਸਤੇ ਘੋੜੇ ਤੇ ਵੀ ਕਾਠੀ ਪਾ ਕੇ ਲੈ ਕੇ ਆਇਆ। ਲੱਗਾ ਬੇਨਤੀਆਂ ਕਰਨ ਤਾਂ ਭਗਤ ਜੀ ਬੋਲੇ, ਵਿਆਹ ਵਿੱਚ ਜਾਣਾ ਸੰਤਾਂ ਭਗਤਾਂ ਦਾ ਵਿਸ਼ਾ ਨਹੀਂ ਹੈ, ਸਾਧ ਸੰਗਤ ਵਿੱਚ ਜਾਣਾ ਬਣਦਾ ਹੈ। ਜਿੱਥੇ ਪਰਮੇਸ਼ਰ ਦੇ ਪਿਆਰਿਆਂ ਦੀ ਸੰਗਤ ਹੋਵੇ ਉੱਥੇ ਨੱਠ ਜਾਈਏ। ਇਸ ਨੇ ਬਹੁਤ ਬੇਨਤੀਆਂ ਕੀਤੀਆਂ ਤੇ ਮਹਾਂਪੁਰਖਾਂ ਨੂੰ ਪ੍ਰੇਮ ਵਿੱਚ ਬੰਨ੍ਹ ਲਿਆ। ਨਵੀਂ ਪੁਸ਼ਾਕ ਪਾ ਕੇ ਘੋੜੇ ਤੇ ਚੜ੍ਹੇ। ਆਪਣੇ ਸਰੀਰ ਵੱਲ ਵੇਖ ਕੇ ਮਨ ਵਿੱਚ ਵਿਚਾਰ ਆਇਆ ਕਿ ਐਵੇਂ ਮਿੱਟੀ ਘੱਟੇ ਵਿੱਚ ਬੈਠੇ ਰਹੇ ਹੁਣ ਤਾਂ ਚੰਗੇ ਸੋਹਣੇ ਜਿਹੇ ਲੱਗਦੇ ਹਾਂ। ਇਸ ਸਮੇਂ ਮਨ ਨੇ ਸੂਖਮ ਜਿਹਾ ਮਾਣ ਵੀ ਕੀਤਾ, ਪਰ ਸੁਚੇਤ ਮਨ ਦੀ ਸੋਚ ਪਿੱਛੇ ਲੱਗ ਕੇ ਉਹ ਇੱਕਦਮ ਘੋੜੇ ਤੋਂ ਉਤਰੇ, ਪੁਸ਼ਾਕ ਲਾ ਕੇ ਰੱਖ ਦਿੱਤੀ। ਕਿਹਾ, ਭਗਤਾ, ਚਾਹੇ ਨਾਰਾਜ਼ ਹੋ ਚਾਹੇ ਪ੍ਰਸੰਨ ਹੋ, ਅਸੀਂ ਨਹੀਂ ਤੇਰੇ ਲੜਕੇ ਦੀ ਬਰਾਤੇ ਜਾਣਾ। ਫਿਰ ਆਪਣੀ ਦੇਹ ਪ੍ਰਤੀ ਸ਼ਬਦ ਉਚਾਰਨ ਕੀਤੇ, ਤੂੰ ਕਾਏ ਗਰਭੇ ਬਾਵਲੀ, ਜੈਸੇ ਭਾਦੋ ਖੂੰਬ ਰਾਜ, ਤੂੰ ਤਿਸਤੇ ਖਰੀ ਉਤਾਵਲੀ। ਰਹਾਓ। ਜਥੇਦਾਰ ਨਰੈਣ ਸਿੰਘ ਜੀ ਦਾ ਸੰਤ ਮਹਾਰਾਜ ਨਾਲ ਮਿਲਾਪ। ਆਪ ਪਟਿਆਲਾ ਰਿਆਸਤ ਵਿੱਚ ਸੁਨਾਮ ਸ਼ਹਿਰ ਦੇ ਜੰਮਪਲ ਸਨ। ਛੋਟੀ ਉਮਰ ਤੋਂ ਹੀ ਬਹਿੰਗਮ ਬਣ ਗਏ ਸਨ। ਨਿਹੰਗ ਸਿੰਘਾਂ ਦੀ ਸੰਗਤ ਕਰਦੇ ਰਹੇ, ਇਸ ਕਰਕੇ ਗੱਤਕੇ ਦੇ ਚੰਗੇ ਖਿਡਾਰੀ ਸਨ। ਮਾਲਟੀ ਫੇਰ ਕੇ, ਅੱਖਾਂ ਬੰਨ੍ਹ ਕੇ ਹਿੱਕ ਤੇ ਰੱਖ ਕੇ ਆਲੂ ਕੱਟ ਦਿੰਦੇ ਸਨ। ਗੱਤਕੇ ਦੇ ਮਾਸਟਰ ਜਥੇਦਾਰ ਚਤਰ ਸਿੰਘ, ਨਿਹੰਗ ਸਿੰਘ ਤਾਰਾ ਸਿੰਘ ਜਥੇਦਾਰ ਜੀ ਵੀ ਸਤਿਕਾਰ ਕਰਦੇ ਸਨ। ਆਪ ਜੀ ਸੰਤਗੜ੍ਹ ਡੇਰੇ ਆਏ। ਸੰਤ ਜੀ ਦੇ ਪਿਆਰ ਦਾ ਸਦਕਾ ਕੁਝ ਸਮਾਂ ਠਹਿਰ ਗਏ ਅਤੇ ਜਥੇਦਾਰ ਜਨਕ ਸਿੰਘ, ਸੰਤ ਬਹਾਲ ਸਿੰਘ, ਸੰਤ ਹਰੀ ਸਿੰਘ, ਬਾਬਾ ਵਿਸਾਖਾ ਸਿੰਘ ਅਤੇ ਹੋਰ ਵੀ ਬਹੁਤ ਸਾਰੇ ਪ੍ਰੇਮੀਆਂ ਨੇ ਜਥੇਦਾਰ ਜੀ ਤੋਂ ਗੱਤਕਾ ਸਿੱਖਿਆ। ਜਥੇਦਾਰ ਜੀ ਕੁਝ ਕੁ ਸਮਾਂ ਸੰਤ ਜੀ ਮਹਾਰਾਜ ਦੇ ਹਜ਼ੂਰੀਏ ਸੇਵਾਦਾਰ ਵੀ ਰਹੇ। ਜਦੋਂ ਆਪ ਜੀ ਮਹਾਰਾਜਾ ਪਟਿਆਲਾ ਯਾਦਵਿੰਦਰ ਸਿੰਘ ਜੀ ਨੂੰ ਅੰਮ੍ਰਿਤ ਛਕਾਉਣ ਗਏ ਤਾਂ ਗਿਆਨੀ ਜੋਧ ਸਿੰਘ ਤੇ ਜਥੇਦਾਰ ਜੀ ਵੀ ਨਾਲ ਸਨ। ਪ੍ਰੀਤਮ ਦੀ ਹੱਠ ਦੀ ਬਿਰਤੀ। ਸੰਤ ਮਹਾਰਾਜ ਜੀ ਨੂੰ ਸਿੰਘ ਸਾਹਿਬ, ਮੇਹਰ ਸਿੰਘ, ਨਿਹੰਗ ਸਿੰਘ ਜੀ, ਮਨੀ ਮਾਜਰਾ ਸਾਹਿਬ, ਦਸਮ ਪਾਤਸ਼ਾਹ ਕਲਗੀਧਰ ਜੀ ਦਾ ਗੁਰਦੁਆਰਾ ਕੂਹਣੀ ਸਾਹਿਬ ਬਗੀਚਾ ਆਬਾਦ ਕਰਨ ਲਈ ਭੇਰ ਕੇ ਲੈ ਗਏ। ਹਜ਼ੂਰ ਸੰਤ ਮਹਾਰਾਜ ਜੀ ਨੇ ਇਸ ਕੂਹਣੀ ਸਾਹਿਬ ਗੁਰਦੁਆਰੇ ਤੋਂ 2 ਮੀਲ ਅੱਗੇ ਅੰਨਪੂਰਨਾ ਦੇਵੀ ਦੇ ਮੰਦਿਰ ਤੋਂ ਕੁਝ ਦੱਖਣ ਦੀ ਵਾਹੀ ਪਰ ਬਹੁਤ ਸਾਰੀਆਂ ਮੱਟੀਆਂ ਹਨ। ਉਸ ਜਗ੍ਹਾ ਜੋ ਸਭ ਤੋਂ ਵੱਡੀ ਮੱਟੀ ਸੀ, ਉਸ ਮੱਟੀ ਵਿੱਚ ਸੰਤ ਮਹਾਰਾਜ ਜੀ ਆਸਣ ਲਗਾ ਕੇ ਬੈਠ ਗਏ। ਇੱਥੇ ਬੜੀ ਭਾਰੀ ਸੰਤਾਂ ਨੇ ਤਪੱਸਿਆ ਕੀਤੀ, ਕਿਉਂਕਿ ਸੰਤਾਂ ਦਾ ਇੱਕ ਵੱਡਾ ਅਸੂਲ ਸੀ ਕਿ ਆਪਣੇ ਸਰੀਰ ਦੀ ਕਿਰਿਆ ਵਾਸਤੇ ਕਿਸੇ ਕੋਲੋਂ ਮੰਗ ਨਹੀਂ ਕਰਨੀ। ਉਸ ਸਮੇਂ ਸੰਤਾਂ ਪਾਸ 2-3 ਕੁ ਸਿੰਘ ਹੀ ਸਨ, ਉਹ ਵੀ ਬੜੇ ਹੱਠੇ ਤੱਪੀ ਸਨ। ਇੱਕ ਬਾਬੂ ਸੁਜਾਨ ਸਿੰਘ ਜੀ ਡਰੋਲੀ ਦੇ ਸਨ, ਜੋ ਕਿ ਸੰਤਾਂ ਦੇ ਬਹੁਤ ਸਤ ਬਚਨੀ ਸਨ। ਇੱਥੇ ਸੰਤਾਂ ਨੇ ਦਰਖਤਾਂ ਦੇ ਪੱਤੇ ਤੇ ਹੋਰ ਕੁਦਰਤੀ ਘਾਹ ਬੂਟੀਆਂ ਜੋ ਉੱਗੀਆਂ ਹੋਈਆਂ ਸਨ,
ਦਾ ਅਲੂਣਾ ਸਾਗ 8 ਪਹਿਰਾਂ ਵਿੱਚ ਇੱਕ ਵਾਰੀ ਖਾ ਕੇ ਹੀ 8 ਪਹਿਰ ਗੁਜ਼ਾਰ ਦੇਣੇ। ਇਸੇ ਤਰ੍ਹਾਂ ਹੀ ਇਹ ਸਰਦੀ ਦੇ ਮਹੀਨੇ ਪੂਰੇ ਕੀਤੇ। ਹੁਣ ਵਿਸਾਖ ਦਾ ਮਹੀਨਾ ਆਇਆ ਤੇ ਲੋਕਾਂ ਨੇ ਕਣਕਾਂ ਵੱਢ ਲਈਆਂ। ਵਿਸਾਖ ਦੇ ਅਖੀਰ ਜ਼ਿਮੀਂਦਾਰਾਂ ਨੇ ਕਣਕਾਂ ਦੇ ਗਾਹ ਪਾ ਲਏ। ਉਸ ਸਮੇਂ ਸੰਤਾਂ ਦੇ ਸਰੀਰ ਵਿੱਚ ਕੁਝ ਐਸਾ ਕਸ਼ਟ ਆਇਆ ਕਿ ਦਵਾ ਬੂਟੀ ਕਰਨ ਤੇ ਵੀ ਆਰਾਮ ਨਾ ਆਇਆ। ਜਦੋਂ ਡੇਰੇ ਦੀ ਸੰਗਤ ਨੂੰ ਪਤਾ ਲੱਗਾ ਕਿ ਸੰਤਾਂ ਦਾ ਸਰੀਰ ਬਹੁਤ ਕਸ਼ਟ ਵਿੱਚ ਹੈ ਤਾਂ ਡੇਰੇ ਦੀ ਸੰਗਤ ਨੇ ਏਕਤਾ ਕਰਕੇ ਸ੍ਰੀਮਾਨ ਜੱਗਾ ਸਿੰਘ ਜੀ ਨੂੰ ਸੰਤ ਮਹਾਰਾਜ ਦੀ ਖਬਰ ਲੈਣ ਵਾਸਤੇ ਭੇਜਿਆ ਅਤੇ ਮਤਾ ਕਰਕੇ ਸ੍ਰੀਮਾਨ ਜੀ ਨੂੰ ਕਿਹਾ ਕਿ ਡੇਰੇ ਦੀ ਸੰਗਤ ਨੂੰ ਛੇਤੀ ਤੋਂ ਛੇਤੀ ਸੰਤ ਮਹਾਰਾਜ ਦੇ ਸਰੀਰ ਦਾ ਪਤਾ ਦੇਣਾ ਕਿ ਕਿਸ ਹਾਲਤ ਵਿੱਚ ਹਨ। ਪਤਾ ਸੰਗਤ ਨੂੰ ਦੇ ਕੇ ਜੇ ਸੰਤ ਮਹਾਰਾਜ ਦੀ ਹਜ਼ੂਰੀ ਵਿੱਚ ਤੁਹਾਨੂੰ ਰਹਿਣ ਦੀ ਜ਼ਰੂਰਤ ਹੋਈ ਤਾਂ ਮੁੜ ਕੇ ਹਜ਼ੂਰੀ ਵਿੱਚ ਚਲੇ ਜਾਣਾ। ਸ੍ਰੀਮਾਨ ਜੀ ਡੇਰੇ ਤੋਂ ਸੰਤ ਮਹਾਰਾਜ ਦੀ ਹਜ਼ੂਰੀ ਵਿੱਚ ਗਏ। ਸੰਤਾਂ ਦੇ ਚਰਨਾਂ ਵਿੱਚ ਜਾ ਕੇ ਸ੍ਰੀਮਾਨ ਜੀ ਨੇ ਡੇਰੇ ਦੀ ਸੰਗਤ ਨਾਲ ਬਚਨ ਕੀਤਾ, ਭੁਲਾ ਦਿੱਤਾ। ਸੰਤਾਂ ਦੇ ਪ੍ਰੇਮ ਵਿੱਚ ਹੀ ਸੰਤਾਂ ਦੀ ਸੇਵਾ ਵਿੱਚ ਲੱਗਾ ਰਿਹਾ। ਇੱਧਰ ਡੇਰੇ ਦੀਆਂ ਸੇਵਾਦਾਰ ਸੰਗਤਾਂ ਨੇ ਸ੍ਰੀਮਾਨ ਜੀ ਨੂੰ 8 ਦਿਨ ਉਡੀਕਿਆ ਤੇ ਇੱਕ ਮਤਾ ਪਾਸ ਕੀਤਾ ਕਿ ਸ੍ਰੀਮਾਨ ਜੀ ਨੇ ਸਾਰੀ ਸੰਗਤ ਨੂੰ ਭੁਲਾ ਦਿੱਤਾ ਹੈ। ਸਾਰੀ ਸੰਗਤ ਇਸੇ ਤੜਫ ਵਿੱਚ ਹੈ ਕਿ ਸੰਤ ਮਹਾਰਾਜ ਜੀ ਦੇ ਸਰੀਰ ਦੀ ਖਬਰ ਸਾਨੂੰ ਵੀ ਪਤਾ ਲੱਗੇ। ਜਦੋਂ ਸੰਗਤ ਦੀ ਕੋਈ ਵਾਹ ਨਾ ਗਈ ਤਾਂ ਸਾਰੀ ਸੰਗਤ ਨੇ ਇਕੱਤਰ ਹੋ ਕੇ ਸਲਾਹ ਕੀਤੀ ਕਿ ਸ੍ਰੀਮਾਨ ਜੀ ਨਾਲ ਰੋਸ ਵਜੋਂ ਭੁੱਖ ਹੜਤਾਲ ਕਰ ਦੇਵੋ। ਸਾਰਿਆਂ ਨੇ ਮਤਾ ਪਾਸ ਕਰਕੇ ਪਹਿਲਾਂ ਸ਼ਹੀਦੀ ਦੇਗ ਬਣਾਈ, ਫਿਰ ਕੜਾਹ ਪ੍ਰਸ਼ਾਦ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਅਰਦਾਸ ਕਰਕੇ ਭੁੱਖ ਹੜਤਾਲ ਕਰ ਦਿੱਤੀ ਅਤੇ ਬਾਣੀ ਦੀ ਵੀ ਮੌਨ ਰੱਖਣੀ, ਬਲਕਿ ਜਦੋਂ ਸ੍ਰੀਮਾਨ ਜੀ ਆਉਣ ਤਾਂ ਉਹਨਾਂ ਨਾਲ ਮਿਲ ਵਰਤਨ ਨਾ ਰੱਖਣਾ। ਸੋ ਇਸ ਤਰ੍ਹਾਂ ਭੁੱਖ ਹੜਤਾਲ ਪੂਰੀ ਤਰ੍ਹਾਂ ਖਾਣਾ ਪੀਣਾ ਬਿਲਕੁਲ ਨਹੀਂ ਖਾਣਾ। ਇੱਧਰ ਇਹ ਭੁੱਖ ਹੜਤਾਲ ਕਰਨ ਦੀ ਦੇਰ ਸੀ। ਉਸੇ ਸਮੇਂ ਜਦੋਂ ਅੰਤਰਜਾਮੀ ਸੰਤ ਮਹਾਰਾਜ ਜੀ ਨੂੰ ਅੰਤਰਾਤਮੇ ਹੀ ਸਭ ਕੁਝ ਪਤਾ ਲੱਗਾ ਤਾਂ ਇੱਕਦਮ ਸ੍ਰੀਮਾਨ ਜੀ ਨੂੰ ਹੁਕਮ ਕੀਤਾ ਕਿ ਜੱਗਾ ਸਿੰਘ ਜੀ ਤੁਸੀਂ ਇੱਕਦਮ ਸਿੱਧੇ ਡੇਰੇ ਜਾਓ। ਭਾਵੇਂ ਜੱਗਾ ਸਿੰਘ ਜੀ ਡੇਰੇ ਨਹੀਂ ਸੀ ਆਉਣਾ ਚਾਹੁੰਦੇ ਪਰ ਹੁਕਮ ਮੰਨ ਕੇ ਡੇਰੇ ਵੱਲ ਸ੍ਰੀਮਾਨ ਜੀ ਨੂੰ ਤੁਰਨਾ ਪਿਆ। ਇੱਧਰ ਡੇਰੇ ਵਿੱਚ 8 ਪਹਿਰ ਹੋ ਗਏ, ਨਾ ਕਿਸੇ ਨੇ ਪਾਣੀ ਪੀਤਾ, ਅੰਨ ਤਾਂ ਕੀ ਖਾਣਾ ਸੀ। ਹੋਰ ਆਈ ਗਈ ਸੰਗਤ ਨੂੰ ਲੰਗਰ ਟੁੱਟ ਵਰਤਾਉਂਦੇ ਸਨ ਪਰ ਡੇਰੇ ਵਾਲੇ ਆਪ ਨਹੀਂ ਸਨ ਖਾਂਦੇ ਪੀਂਦੇ। ਭਾਵੇਂ ਪ੍ਰੀਤਮ ਉਸ ਸਮੇਂ ਤਕਰੀਬਨ 12 ਕੁ ਵਰ੍ਹਿਆਂ ਦਾ ਬੱਚਾ ਸੀ, ਇਸ ਪ੍ਰੀਤਮ ਨੇ ਆਪਣੀ ਸਾਥੀ ਸਿੰਘਾਂ ਨਾਲ ਪੂਰਾ ਨਿਯਮ ਨਿਭਾਇਆ। ਇਸ ਵਿੱਚ ਇਸ ਨੇ ਕੋਈ ਕਮਜ਼ੋਰੀ ਨਹੀਂ ਦਿਖਾਈ, ਸਗੋਂ ਗੁਰਦੁਆਰੇ ਵਿੱਚ ਬੈਠ ਕੇ ਬਾਣੀ ਪੜ੍ਹਦਾ ਰਿਹਾ। 16 ਪਹਿਰਾਂ ਤੋਂ ਬਾਅਦ ਸ੍ਰੀਮਾਨ ਜੀ ਡੇਰੇ ਆਏ। ਇਹਨਾਂ ਨਾਲ ਡੇਰੇ ਦੇ ਕਿਸੇ ਸਰੀਰ ਨੇ ਵੀ ਅੱਖ ਨਹੀਂ ਰਲਾਈ, ਬੋਲਣਾ ਤਾਂ ਕੀ ਸੀ। ਪਰ ਉਸ ਸਮੇਂ ਗਿਆਨ ਸਿੰਘ ਜੀ ਨੇ ਆਪਣਾ ਨਿਯਮ ਤੋੜ ਕੇ ਸ੍ਰੀਮਾਨ ਜੀ ਨੂੰ ਸਾਰੀ ਗੱਲ ਦੱਸ ਦਿੱਤੀ ਕਿ ਤੁਹਾਡੇ ਨਾਲ ਕਿਸੇ ਨੇ ਨਹੀਂ ਬੋਲਣਾ ਜਿਤਨੀ ਦੇਰ ਸੰਤ ਮਹਾਰਾਜ ਡੇਰੇ ਨਹੀਂ ਆ ਜਾਂਦੇ। ਫਿਰ ਸ੍ਰੀਮਾਨ ਜੀ ਉਦਾਸ ਹੋ ਕੇ ਡੁਮੇਲੀ ਸੰਤ ਦਲੀਪ ਸਿੰਘ ਜੀ ਪਾਸ ਗਏ ਅਤੇ ਸੰਤਾਂ ਨੂੰ ਬੇਨਤੀਆਂ ਕਰਕੇ ਡੇਰੇ ਲੈ ਆਏ। ਫਿਰ ਸੰਤਾਂ ਨੇ ਸਾਰੇ ਡੇਰੇ ਵਾਲਿਆਂ ਨੂੰ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਇਕੱਤਰ ਕਰਕੇ ਸਮਝਾਇਆ। ਸੰਤ ਦਲੀਪ ਸਿੰਘ ਜੀ ਦੇ ਸਮਝਾਉਣ ਤੇ ਸਾਰੀ ਸੰਗਤ ਮੰਨ ਗਈ। ਫਿਰ ਸੰਤਾਂ ਨੇ ਉਸੇ ਤਰ੍ਹਾਂ ਸ਼ਹੀਦੀ ਦੇਗ ਬਣਾ ਕੇ ਪ੍ਰਸ਼ਾਦ ਦੀ ਦੇਗ ਬਣਾ ਕੇ ਆਪ ਅਰਦਾਸ ਕਰਕੇ ਸਾਰੀ ਸੰਗਤ ਦੀ ਭੁੱਖ ਹੜਤਾਲ ਖੁਲਵਾ ਦਿੱਤੀ ਤੇ ਸੰਤ ਮਹਾਰਾਜ ਜੀ ਵੀ ਤੀਸਰੇ ਦਿਨ ਡੇਰੇ ਆ ਗਏ ਅਤੇ ਸਾਰਿਆਂ ਨੂੰ ਵਿਚਾਰ ਨਾਲ ਸਮਝਾਇਆ ਅਤੇ ਸੰਤ ਜੱਗਾ ਸਿੰਘ ਜੀ ਨੂੰ ਵੀ ਤਾੜਨਾ ਕੀਤੀ ਕਿ ਤੈਂ ਸਾਨੂੰ ਸੰਗਤ ਦਾ ਵਚਨ ਕਿਉਂ ਨਹੀਂ ਦੱਸਿਆ। ਅੱਗੇ ਵਾਸਤੇ ਐਸਾ ਨਹੀਂ ਹੋਣਾ ਚਾਹੀਦਾ। ਸੰਗਤ ਨਾਲ ਬਚਨ ਕੀਤਾ ਪੂਰਾ ਕਰਨਾ ਚਾਹੀਦਾ ਹੈ। ਪ੍ਰੀਤਮ ਦਾ ਹੋਰ ਹੱਠ। ਭਾਈ ਪ੍ਰੀਤਮ ਇਸ ਤਰ੍ਹਾਂ ਸ਼ਿੰਦੇ ਪੁੱਤਰ ਵਾਂਗ ਸੰਤ ਮਹਾਰਾਜ ਦੀ ਹਜ਼ੂਰੀ ਡੇਰੇ ਵਿੱਚ ਕਾਫੀ ਸਮਾਂ ਰਿਹਾ ਅਤੇ ਆਪਣੇ ਗੁਰ ਭਾਈਆਂ ਵਿੱਚ ਵੀ ਛੋਟੇ ਭਰਾ ਵਾਂਗ ਸਾਰਿਆਂ ਨੂੰ ਪਿਆਰਾ ਹੀ ਰਿਹਾ। ਡੇਰੇ ਸੰਤਗੜ੍ਹ ਦੀ ਅਸੂਲਨ ਮਰਿਆਦਾ ਅੰਮ੍ਰਿਤ ਵੇਲੇ ਤੜਕੇ 3 ਵਜੇ ਘੰਟੀ ਖੜਕਣ ਤੇ ਡੇਰੇ ਵਿੱਚ ਹਾਜ਼ਰ ਸੰਗਤ ਭਾਵੇਂ ਕੋਈ ਯਾਤਰੂ ਹੈ ਜਾਂ ਪੱਕਾ ਰਹਿਸ਼ੀ ਹੈ, ਸਭ ਨਿੰਦਰਾਂ ਤੋਂ ਉੱਠ ਕੇ ਤੇ ਸ਼ੌਚ ਪਾਣੀ ਹੋ ਕੇ ਦਾਤਨ ਕੁਰਲੇ ਕਰਕੇ ਇਸ਼ਨਾਨਾ ਕਰਨਾ ਜ਼ਰੂਰੀ ਸੀ ਤੇ ਹੁਣ ਵੀ ਹੈ। ਜੋ ਪੁਰਸ਼ ਘੰਟੀ ਵਜਣ ਤੇ ਨਾ ਉੱਠੇ ਆਲਸ ਕਰੇ ਤਾਂ ਉਸ ਉੱਪਰ ਚੰਗਾ ਤਰੋ ਤਰ ਪਾਣੀ ਪਾ ਕੇ ਉਸੀ ਆਸਨ ਪਰ ਉਸ ਦੀ ਸੁਸਤੀ ਆਲਸ ਦੂਰ ਕਰਨਾ ਹੀ ਸੰਤਾਂ ਦਾ ਜ਼ਰੂਰੀ ਹੁਕਮ ਸੀ। ਦਾਸ ਪਰ ਵੀ 1-2 ਵਾਰੀ ਪਾਣੀ ਪਾ ਕੇ ਚਤਨ ਕੀਤਾ ਗਿਆ ਸੀ। ਪਹਿਲੀਆਂ ਵਿੱਚ ਆਪ ਹਜ਼ੂਰ ਇਸ ਕਾਰਜ ਪਾਣੀ ਪਾਉਣ ਨੂੰ ਕਰਦੇ ਸਨ।
क्योंकि हजूर ने सर्दी समय रात के 10 वजे एक चादर उपर लैके बाहर डेरे तो चले जाना, सारी रात सिमरन विच जुड़े रहना ते फिर 3 वजे सवेरे आप वड्डी घंटी नूं खड़काउणा तां कि आए जग्यासू इशनान करके सिमरन करन। संत महाराज जी इस तुक नूं सफली करते सन कि आप जपै अवर है नाम जपावै। फिर संतां ने यह सेवा संत गुरबचन सिंह जी घोड़े की सेवा वाली नूं संभाल दित्ती सी। गर्मी के दिन सन, सब सेवादार बाहर पद्धरे कोठियां पर आराम करते हुंदे सन। एक समय संत महाराज तरनताਰਨ की मस्या पर गए हुए सन। फिर माझे की संगत संतां नूं बेनती करके अपने पिंड नूं लै गई सी। इस दौरे विच संत जी प्रीतम नूं डेरे ही छड्ड गए सन। सो प्रीतम सिंह एक दिन गुरुद्वारा साहिब के बरांडे उपर सुत्ता पिया सी। घंटी वजन ते उठिया नहीं। उधरों संत गुरबचन सिंह जी भी आ गए, जिन्हां दी ड्यूटी सी पानी पा के आलस दूर करन दी। हुण गुरबचन सिंह जी ने पानी की बाल्टी लिया के प्रीतम के उपर पा दी। हुण प्रीतम बाल हठ कर गए, आखन लगे कि कितना भी पानी पाओ मैं नहीं उठांगा। संत गुरबचन सिंह जी भी बड़े हठी सन। नीचे तो पानी की बाल्टी लिया के धार बन के प्रीतम जी के सिर विच पाउण, पर प्रीतम अपना हठ ना छड्डे। फिर इस दी अड़ी भनन वास्ते संत गुरबचन सिंह दे नाल 2-3 होर सिंह लग गए। हुण पानी की धार मुक्कन नहीं देंदे। प्रीतम नूं साह आउणा भी औखा हो गया। अखीरी प्रीतम अपना हट छड्ड के कहन लगा कि वास्ता ही इस सिरड़ तो, मैं अगे वास्ते ऐसा हट ते आलस नहीं करांगा। हुण समा पा के प्रीतम जवान हो गया अते संत महाराज ने भी कृपा कीती ते अमृत पान करवा के प्रीतम सिंह बना दिता। प्रीतम सिंह जी की शादी पिंड तनौली विच सरदार अमर शाह के घर बीबी तेज कौर की कुखों 2 महापुरुषों के बचन सिद्धि नाल जोड़े बच्चे पैदा हुए, एक कन्या एक काका। ये प्रसंग पिछे तनौली के इतिहास में आ चुका है। सो उस कन्या का नाम ईश्वर कौर रखा गया क्योंकि बाबा ईश्वर सिंह जी के बचन सिद्धि नाल हुई सी। इस समय ये बीबी ईश्वर कौर भी मुटियार हो गई। इस ईश्वर कौर का साक ईश्वर कौर की भूआ पिंड जट्टां दे रहाणे लै गई। सरदार गंगा सिंह जी जथेदार के पुत्र नूं, क्योंकि इसकी भूआ आप ही उत्थे विआही हुई सी। बीबी ईश्वर कौर के आनंद कारज का समा जदों नेड़े ढुकिया तां धेते पुतेतिਆਂ विच कोई झगड़ा पै गया। सरदार गंगा सिंह जंज दे समेत सज धज नाल आके शराबां बकरे खा के आनंद कारज करना चाहुंदे सन, पर सरदार अमर सिंह जी संत महाराज की हजूरी विच डेरे संतगढ़ अंदर आनंद कारज बीबी का करना चाहुंदे सन। इन्हां दोनों धिरां दा यह झगड़ा ना मुक्या, अखीर छड्ड छडाइया हो गया। संत महाराज ने बीबी ईश्वर कौर का संजोग समझ के अते अपनी सरबगता नाल भविखत देख के ईश्वर कौर का आनंद कारज अपने डेरे इस प्रीतम सिंह नाल कर दिता। जदों इस जोड़े का आनंद कारज होया, उसी दिन तो ही अपनी कृपा दृष्टि नाल माया का भंडारा भी बख्श दिता। थोड़े समय बाद ही सरदार प्रीतम सिंह मलाया वासी हो गए। मलाया विच चंगी माया कमाई। सन 1947 तो बाद सरदार प्रीतम सिंह इंग्लैंड चले गए। हुण परिवार समेत इंग्लैंड निवास रखते हैं। चंगे माया वाले हैं अते सिੱਖੀ जीवन भी बड़ा सुंदर नितनेमी गुरमुख हैं। फिर अपने छोटे भरा राठा सिंह जी ਲਈ भी बीबी ईश्वर कौर की छोटी भैन प्रकाश कौर का रिश्ता ले लिया। सो राठा सिंह भी पूर्ण केसाधारी चंगा गुरसिख है। सो राठा सिंह भी परिवार समेत इंग्लैंड ही निवास रखता है। ये संतां की कृपा दृष्टि है कि जो ऐसे आज़ाद ते ऐश प्रस्त मुल्क अंदर माया विच रह के गुरसिੱਖੀ ਨੂੰ कायम रखिया है।